ਤੇ ਇਸ ਵੇਲੇ ਅਕਾਲੀ ਦਲ ਤੇ ਬੀਜੇਪੀ ਦੇ ਵੱਲੋਂ ਦੋਵਾਂ ਵੱਲੋਂ ਹੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਆਪਸ ਦੇ ਵਿੱਚ 9 ਮਾਸ ਦਾ ਰਿਸ਼ਤਾ ਜਿਹੜਾ ਟੁੱਟ ਗਿਆ ਸੀ 2020 ਦੇ ਵਿੱਚ ਉਹ ਫਿਰ ਤੋਂ ਜੁੜ ਜਾਵੇ। ਤੁਸੀਂ ਸੁਨੀਲ ਜਾਖੜ ਨੂੰ ਪ੍ਰਧਾਨ ਕਿਉਂ ਲਾਇਆ? ਪਾਰਟੀ ਦੇ ਇਸ ਗੱਲ ਤੋਂ ਵੀ ਨਾਰਾਜ਼ ਨੇ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਨਾ ਲਗਾਇਆ। ਅੱਧੇ ਇਸ ਗੱਲ ਤੇ ਵੀ ਰਾਜ਼ੀ ਨਹੀਂ ਨੇ ਕਿ ਅਕਾਲੀ ਦਲ ਦੇ ਨਾਲ ਜਾ ਕੇ ਦੁਬਾਰਾ ਗੱਠਜੋੜ ਕਰ ਲਿਆ ਜਾਵੇ। ਗੱਲਾਂ ਬਹੁਤ ਜ਼ਿਆਦਾ ਉਤਲੇ ਲੈਵਲ ਤੱਕ ਹਾਈਐਸਟ ਆਫ ਲੈਵਲ ਤੱਕ ਚੱਲ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਦੇ ਵੀ ਘਰੇ ਕੋਰ ਕਮੇਟੀ ਜਿਹੜੇ ਮੈਂਬਰ ਨੇ ਅਕਾਲੀ ਦਲ ਦੇ ਉਹਨਾਂ ਦੀ ਮੀਟਿੰਗ ਹੋਈ ਹੈ। ਉਸ ਦੇ ਨਾਲ ਹੀ ਤੁਸੀਂ ਸੁਨੀਲ ਜਾਖੜ ਨੂੰ ਪ੍ਰਧਾਨ ਤਾਂ ਲਾਇਆ ਗਿਆ, ਉਸ ਦੇ ਨਾਲ ਉਹਨਾਂ ਨੇ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ। ਅਕਾਲੀ ਦਲ ਨੂੰ ਅੱਜ ਫਿਰ ਲੱਗਦਾ ਹੈ ਕਿ ਫਾਇਦਾ ਤਾਂ ਉਸ ਗੱਲ ਦਾ ਕੋਈ ਨਹੀਂ ਹੋਇਆ ਤਾਂ ਫਿਰ ਕਿਉਂ ਨਾ ਕਿ ਆਪਣਾ ਬਹੁਤਾ ਨੁਕਸਾਨ ਹੋਣ ਤੋਂ ਬਚਾ ਲਿਆ ਜਾਵੇ, ਕਿਉਂਕਿ ਤੁਹਾਨੂੰ ਪਤਾ ਹੈ ਸ਼ੁਭਕਰਮਨ ਲੋਕਾਂ ਨੇ ਉਸ ਚੀਜ਼ ਨੂੰ ਨਕਾਰ ਦਿੱਤਾ ਸੀ ਕਿ ਬੇਸ਼ੱਕ ਤੁਸੀਂ ਅੱਜ ਅਵਾਰਡ ਵਾਪਸ ਕਰ ਦਿੱਤੇ, 3 ਖੇਤੀ ਕਾਨੂੰਨਾਂ ਤੇ ਸਟੈਂਡ ਲੈ ਲਿਆ, ਬੀਜੇਪੀ ਨਾਲ ਗੱਠਜੋੜ ਹੋ ਲਿਆ, ਪਰ ਇਟਸ ਟੂ ਲੇਟ। ਠੀਕ ਹੈ, ਉਹਨਾਂ ਦਾ ਵੋਟ ਸ਼ੇਅਰ ਵੱਧ ਰਿਹਾ ਹੈਗਾ, ਬਟ ਐਟ ਦ ਸੇਮ ਟਾਈਮ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਗਿਣਤੀ ਮਿੰਤੀ ਕਰਦੇ ਹੋ, ਕੈਲਕੂਲੇਸ਼ਨਸ ਕਰਦੇ ਹੋ, ਅੰਮ੍ਰਿਤਾ ਇਹੀ ਗੱਲ ਸਾਹਮਣੇ ਆਉਂਦੀ ਹੈ ਵੀ ਉਹਨਾਂ ਨੂੰ ਭਾਈਵਾਲ ਦੀ ਲੋੜ ਹੈ। ਅਕਾਲੀ ਦਲ ਨਾਲ ਜਿਹੜਾ ਉਹਨਾਂ ਦਾ ਕੰਬੀਨੇਸ਼ਨ ਸੀ ਵਧੀਆ ਵਿਨਿੰਗ ਕੰਬੀਨੇਸ਼ਨ ਸੀ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵੇਲੇ ਜਿੱਥੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਉੱਥੇ ਨਾਲ ਹੀ ਤਿਆਰੀਆਂ ਸਿਆਸੀ ਜੋੜ ਤੋੜ ਦੀਆਂ ਹੋ ਰਹੀਆਂ ਨੇ। ਹਾਲਾਂਕਿ ਚੋਣਾਂ ਵਿਧਾਨ ਸਭਾ ਦੀਆਂ ਹੋਣੀਆਂ, ਲੋਕ ਸਭਾ ਦੀਆਂ, ਇਹਨਾਂ ਦਿਨਾਂ ਦੇ ਵਿੱਚ ਸਿਆਸੀ ਜੋੜ ਤੋੜ ਲੱਗਣੇ ਸ਼ੁਰੂ ਹੋ ਜਾਂਦੇ ਨੇ ਕਿ ਆਖਿਰਕਾਰ ਕਿਹੜੀ ਪਾਰਟੀ ਦਾ ਹੱਥ ਫੜਿਆ ਜਾਵੇ ਜਿਹੜੀ ਸਾਡਾ ਬੇੜਾ ਜਿਹੜਾ ਉਹ ਪਾਰ ਲਾ ਦੇਵੇ। ਤੇ ਇਸ ਵੇਲੇ ਅਕਾਲੀ ਦਲ ਤੇ ਬੀਜੇਪੀ ਦੇ ਵੱਲੋਂ ਦੋਵਾਂ ਵੱਲੋਂ ਹੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਆਪਸ ਦੇ ਵਿੱਚ 9 ਮਾਸ ਦਾ ਰਿਸ਼ਤਾ ਜਿਹੜਾ ਟੁੱਟ ਗਿਆ ਸੀ 2020 ਦੇ ਵਿੱਚ ਉਹ ਫਿਰ ਤੋਂ ਜੁੜ ਜਾਵੇ। ਹਾਲਾਂਕਿ ਖੁੱਲ ਕੇ ਦੋਵਾਂ ਦੇ ਵੱਲੋਂ ਇਹ ਗੱਲ ਕਬੂਲੀ ਵੀ ਨਹੀਂ ਜਾ ਰਹੀ ਤੇ ਡਿਨਾਈ ਵੀ ਨਹੀਂ ਕੀਤੀ ਜਾ ਰਹੀ, ਯਾਨੀ ਕਿ ਅਸਿੱਧੇ ਤੌਰ ਤੇ ਹੀ ਇਸ ਨੂੰ ਕਿਹਾ ਜਾ ਰਿਹਾ ਤੇ ਅਸਿੱਧੇ ਤੌਰ ਤੇ ਡਿਨਾਈ ਕੀਤਾ ਜਾ ਰਿਹਾ ਕਿ ਨਹੀਂ ਸਾਨੂੰ ਜ਼ਰੂਰਤ ਨਹੀਂ ਹੈ, ਅਸੀਂ ਇਕੱਲੇ ਹੀ ਚੋਣਾਂ ਲੜ ਲਵਾਂਗੇ। ਪੰਜਾਬੀ ਲਿੰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਅੰਮ੍ਰਿਤ ਵਰਦੀ ਤੇ ਅੱਜ ਇਸ ਖਾਸ ਪੇਸ਼ਕਸ਼ ਦੇ ਵਿੱਚ ਗੱਲ ਪੰਜਾਬ ਦੇ ਹਾਲਾਤਾਂ ਦੀ, ਸਿਆਸੀ ਸਮੀਕਰਨਾਂ ਦੀ, ਲੋਕ ਸਭਾ ਚੋਣਾਂ ਦੀ ਅਤੇ ਅਕਾਲੀ ਬੀਜੇਪੀ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਦੀ। ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਮੇਰੇ ਸਹਿਯੋਗੀ ਸ਼ੁਭਕਰਮਨ ਸਿੰਘ ਧਾਲੀਵਾਲ ਹਾਜ਼ਰ ਨੇ। ਸ਼ੁਭਕਰਮਨ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਅੰਮ੍ਰਿਤ। ਤਾਂ ਸ਼ੁਭਕਰਮਨ, ਇਸ ਵੇਲੇ ਪੰਜਾਬ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਅਕਾਲੀ ਦਲ ਤੇ ਬੀਜੇਪੀ ਬੇਸ਼ੱਕ ਦੋਵੇਂ ਕਹਿ ਵੀ ਰਹੇ ਨੇ ਕਿ ਸਾਨੂੰ ਸਾਥ ਦੀ ਜ਼ਰੂਰਤ ਨਹੀਂ ਹੈ, ਪਰ ਅੰਦਰੋਂ ਅੰਦਰੀ ਮੰਨ ਵੀ ਰਹੇ ਨੇ ਕਿ ਕਿਹੜੇ ਵੇਲੇ 9 ਮਾਸ ਦਾ ਰਿਸ਼ਤਾ ਜੁੜ ਜਾਵੇ। ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਸਿਆਸੀ ਸਮੀਕਰਨਾਂ ਨੂੰ? ਜੀ ਦੇਖੋ, ਬੀਜੇਪੀ ਨੇ ਵੀ ਛੋਟੀ ਇਲੈਕਸ਼ਨ ਹੋਵੇ ਜਾਂ ਵੱਡੀ ਤੋਂ ਵੱਡਾ ਮਾਹੌਲ ਬਣਾ ਕੇ ਉਹਨਾਂ ਨੇ ਦੇਖ ਲਿਆ ਹੈਗਾ। ਠੀਕ ਹੈ, ਉਹਨਾਂ ਦਾ ਵੋਟ ਸ਼ੇਅਰ ਵੱਧ ਰਿਹਾ ਹੈਗਾ, ਬਟ ਐਟ ਦ ਸੇਮ ਟਾਈਮ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਗਿਣਤੀ ਮਿੰਤੀ ਕਰਦੇ ਹੋ, ਕੈਲਕੂਲੇਸ਼ਨਸ ਕਰਦੇ ਹੋ, ਅੰਮ੍ਰਿਤਾ ਇਹੀ ਗੱਲ ਸਾਹਮਣੇ ਆਉਂਦੀ ਹੈ ਵੀ ਉਹਨਾਂ ਨੂੰ ਭਾਈਵਾਲ ਦੀ ਲੋੜ ਹੈ। ਅਕਾਲੀ ਦਲ ਨਾਲ ਜਿਹੜਾ ਉਹਨਾਂ ਦਾ ਕੰਬੀਨੇਸ਼ਨ ਸੀ ਵਧੀਆ ਵਿਨਿੰਗ ਕੰਬੀਨੇਸ਼ਨ ਸੀ। ਹਾਲਾਂਕਿ ਉਹਦੇ 'ਚ ਉਹਨਾਂ ਦਾ ਰੋਲ ਜਿਹੜਾ ਸੀਗਾ ਘੱਟ ਸੀਗਾ, ਸੀਟ ਸ਼ੇਅਰ ਘੱਟ ਸੀਗਾ, ਬਟ ਹੁਣ ਜਦੋਂ ਅੱਡ ਹੋ ਗਏ ਨੇ ਫਿਰ ਤੋਂ ਨੈਗੋਸ਼ੀਏਸ਼ਨ ਕਰ ਸਕਦੇ, ਟੇਬਲ ਤੇ ਬਹਿ ਕੇ ਆਪਣਾ ਵੋਟਾਂ ਦੀਆਂ ਆਪਣੀ ਸੀਟਾਂ ਵਧਾ ਸਕਦੇ ਨੇ ਗੱਠਜੋੜ ਦੇ ਅੰਦਰ। ਉਹਦੇ ਵੱਲ ਨੂੰ ਗੱਲਾਂ ਬਹੁਤ ਜ਼ਿਆਦਾ ਉਤਲੇ ਲੈਵਲ ਤੱਕ ਹਾਈਐਸਟ ਆਫ ਲੈਵਲ ਤੱਕ ਚੱਲ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਦੇ ਵੀ ਘਰੇ ਕੋਰ ਕਮੇਟੀ ਜਿਹੜੇ ਮੈਂਬਰ ਨੇ ਅਕਾਲੀ ਦਲ ਦੇ ਉਹਨਾਂ ਦੀ ਮੀਟਿੰਗ ਹੋਈ ਹੈ। ਉਸ ਦੇ ਨਾਲ ਹੀ ਤੁਸੀਂ ਸੁਨੀਲ ਜਾਖੜ ਨੂੰ ਪ੍ਰਧਾਨ ਤਾਂ ਲਾਇਆ ਗਿਆ, ਉਸ ਦੇ ਨਾਲ ਉਹਨਾਂ ਨੇ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ। ਤੇ ਜਿੰਨੀਆਂ ਵੀ ਆਪਾਂ ਇੰਟਰਵਿਊਆਂ ਦੇਖ ਲਈਏ ਸੁਨੀਲ ਜਾਖੜ ਦੀਆਂ, ਉਹਨਾਂ ਨੇ ਕਿਤੇ ਅਸਿੱਧੇ ਢੰਗ ਨਾਲ ਇਹ ਗੱਲ ਤਾਂ ਕਹੀ ਹੈਗੀ ਹੈ ਵੀ ਗੱਠਜੋੜ ਵੀ ਹੋ ਸਕਦਾ ਹੈ, ਜਾਂ ਕਹਿ ਲਓ ਉਸ ਦੇ ਪਿੱਛੇ ਬਿਟਵੀਨ ਦ ਲਾਈਨਸ ਆਪਾਂ ਪੜ੍ਹਨੀਆਂ ਚਾਹੀਏ। ਬਟ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਇੱਕ ਜਿਹੜਾ ਬਲੇਮ ਲਾਇਆ ਅਕਾਲੀ ਦਲ ਦੇ ਉੱਤੇ ਉਹ ਇਹ ਹੈ ਵੀ ਜਦੋਂ ਤੱਕ ਸਾਡਾ ਗੱਠਜੋੜ ਸੀ ਸਾਨੂੰ ਪੇਂਡੂ ਹਲਕਿਆਂ ਸਾਡੇ ਪੈਰ ਨਹੀਂ ਲੱਗ ਸਕੇ, ਸਾਨੂੰ ਉੱਥੇ ਪ੍ਰੈਜ਼ੈਂਸ ਸਾਡੀ ਉੱਥੇ ਨਹੀਂ ਬਣ ਸਕੀ, ਕਿਉਂਕਿ ਅਕਾਲੀ ਦਲ ਨੇ ਸਾਨੂੰ ਇਹ ਕਰਨ ਨਹੀਂ ਦਿੱਤਾ, ਮੌਕਾ ਨਹੀਂ ਦਿੱਤਾ। ਸੀਮਿਤ 3 ਸ਼ਹਿਰਾਂ ਤੱਕ ਰੱਖਿਆ ਬਸ ਕਿ ਉੱਥੇ ਤੁਸੀਂ ਆਪਣਾ ਕਰੋ। ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਸ਼ਹਿਰੀ ਪਾਰਟੀ ਹੀ ਵੱਜਦੀ ਹੈ ਭਾਜਪਾ, ਤੇ ਉਹਨਾਂ ਨੂੰ ਪੇਂਡੂ ਹਲਕਿਆਂ 'ਚ ਆਪਣੀ ਪ੍ਰੈਜ਼ੈਂਸ ਖੜੇ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ, ਜਿੱਥੇ ਹੁਣ ਆਲਰੇਡੀ ਆਮ ਆਦਮੀ ਪਾਰਟੀ ਦੀ ਬੜੀ ਸਟਰੋਂਗ ਪ੍ਰੈਜ਼ੈਂਸ ਹੋ ਚੁੱਕੀ ਹੈ। ਇਸ ਇਲੈਕਸ਼ਨ 'ਚ ਆਪਾਂ ਦੇਖਿਆ ਹੈਗਾ। ਤੇ ਉਸ ਜਿਹੜੀ ਸਪੇਸ ਹੈ ਉਹਦੇ ਅੰਦਰ ਬੀਜੇਪੀ ਵੀ ਚਾਹੁੰਦੀ ਹੈ ਉਹ ਐਂਟਰ ਕਰ ਜਾਵੇ। ਇਸ ਕਰਕੇ ਹੀ ਸੁਨੀਲ ਜਾਖੜ ਨੂੰ ਲਾਇਆ ਗਿਆ, ਕਿਉਂਕਿ ਉਹਨਾਂ ਨੂੰ ਪੰਜਾਬ ਦੇ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਪੇਂਡੂ ਹਲਕਿਆਂ ਦੀ ਵੀ ਸਮਝ ਹੈਗੀ ਹੈ, ਤੇ ਉਹ ਉੱਥੇ ਜਾ ਕੇ ਉਸ ਤਰ੍ਹਾਂ ਦੀ ਕੈਂਪੇਨ ਕਰ ਸਕਦੇ ਨੇ ਜਾਂ ਉੱਥੇ ਇੱਕ ਢਾਂਚਾ ਖੜਾ ਕਰ ਸਕਦੇ ਨੇ। ਇਹ ਗੱਲ 'ਚ ਦੋ ਰਾਏ ਨਹੀਂ ਹੈਗੀ ਕਿ RSS ਦੀ ਉੱਥੇ ਪਹਿਲਾਂ ਹੀ ਪ੍ਰੈਜ਼ੈਂਸ ਹੈਗੀ ਹੈ ਬਹੁਤ ਥਾਵਾਂ ਤੇ, ਬਟ ਉਹ ਪ੍ਰੈਜ਼ੈਂਸ ਨੂੰ ਕਿਵੇਂ ਵੋਟ ਸ਼ੇਅਰ 'ਚ ਵੋਟਿੰਗ 'ਚ ਕਨਵਰਟ ਕਰਨਾ, ਵੋਟਾਂ 'ਚ ਤਬਦੀਲ ਕਰਨਾ, ਉਸ ਦੇ ਉੱਤੇ ਜ਼ਿਆਦਾ ਤਰਜੀਹ ਹੈ। ਪਰ ਬੈਕਡੋਰ ਇਹੀ ਚਰਚਾਵਾਂ ਚੱਲ ਰਹੀਆਂ ਨੇ ਵੀ ਜਿਹੜੀ ਦੋਨੋਂ ਪਾਰਟਨਰਸ਼ਿਪ ਹੈ ਉਹ ਬਰਾਬਰ ਦੀ ਹੋਵੇ। ਭਾਜਪਾ ਹੁਣ ਕਹਿ ਰਹੀ ਹੈ ਵੀ ਇੱਕ ਤਰ੍ਹਾਂ ਤੋਂ ਜਿਸ ਤਰ੍ਹਾਂ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਬੀਜੇਪੀ 'ਚ ਗਏ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਦੀ ਛਵੀ ਨੂੰ ਢਾਹ ਲੱਗੀ। ਪਹਿਲਾਂ ਹੀ ਉਹ ਉਹਨਾਂ ਦੀ ਜਿਹੜੀ ਇਲੈਕਸ਼ਨਾਂ ਦੀ ਪਰਫਾਰਮੈਂਸ ਹੈ ਉਹ ਕੋਈ ਬਹੁਤ ਹੀ ਚੰਗੀ ਨਹੀਂ ਰਹੀ। ਉਹ ਆਪਣਾ ਆਧਾਰ ਜਾਂ ਕਹਿ ਲਓ ਆਪਣੀ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੇ। ਅਕਾਲੀ ਦਲ ਦੇ ਲੀਡਰ ਬੀਜੇਪੀ ਦੇ ਵਿੱਚ ਗਏ, ਕਾਂਗਰਸ ਦੇ ਲੀਡਰ ਬੀਜੇਪੀ ਦੇ ਵਿੱਚ ਗਏ, ਵੱਡੇ ਨਾਮਵਰ ਲੀਡਰ ਗੁਰਮੀਤ ਸਿੰਘ ਸੋਢੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਯਾਨੀ ਕਿ ਬੀਜੇਪੀ ਨੇ ਇਹਨਾਂ ਸਾਰੇ ਲੀਡਰਸ ਨੂੰ ਨਾਲ ਲਿਆ ਕੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਆਪ ਨੂੰ ਜਿੰਨਾ ਵੱਧ ਤੋਂ ਵੱਧ ਮਜ਼ਬੂਤ ਕਰ ਸਕਦੇ ਹਾਂ ਉਹ ਕਰੀਏ, ਕਿਉਂਕਿ ਸਾਰੇ ਜਾਣਦੇ ਨੇ ਕਿ ਪੰਜਾਬ ਵਕਾਰ ਦਾ ਸਵਾਲ ਹਮੇਸ਼ਾ ਬੀਜੇਪੀ ਦੇ ਲਈ ਬਣਿਆ ਰਿਹਾ।
ਰਿਹਾ ਹੈ। ਬੀਜੇਪੀ ਜਿਹੜੀ ਸਭ ਤੋਂ ਵੱਡੀ ਸ਼ਕਤੀਸ਼ਾਲੀ ਆਪਣੇ ਆਪ ਨੂੰ ਕਹਿੰਦੀ ਹੈ, ਦੇਸ਼ ਦਾ ਭਾਰਤ ਦਾ ਕੋਈ ਵੀ ਸੂਬਾ ਜਿਹਾ ਨਹੀਂ ਹੈ ਜਿੱਥੇ ਬੀਜੇਪੀ ਦੇ ਲਈ ਸਰਕਾਰ ਬਣਾਉਣਾ ਇੰਨੀ ਵੱਡੀ ਮੁਸ਼ਕਲ ਹੋਵੇ, ਇੰਨੀ ਵੱਡੀ ਚੁਣੌਤੀ ਹੋਵੇ। ਪਰ ਵੈਨ ਇਟ ਕਮਸ ਟੂ ਪੰਜਾਬ, ਸ਼ੁਕਰਮਨ ਉੱਥੇ ਹਾਲਾਤ ਇਸ ਤਰ੍ਹਾਂ ਦੇ ਰਹੇ ਨੇ ਬੀਜੇਪੀ ਦੇ ਕਿ ਪ੍ਰਚਾਰ ਕਰਨ ਤੱਕ ਹੀ ਉੱਥੋਂ ਦੇ ਲੀਡਰਾਂ ਨੂੰ ਬਾਹਰ ਕੱਢਣ ਤੱਕ ਲੋਕਾਂ ਨੇ ਮਨਾ ਕਰ ਦਿੱਤਾ ਸੀ ਕਿ ਬਾਹਰ ਵੀ ਆਉਂਦੇ ਸੀ ਤਾਂ ਵਿਰੋਧ ਹੋ ਗਿਆ ਸੀ। ਹਾਲਾਂਕਿ ਹੁਣ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਲੱਗਦਾ ਹੈ ਕਿ ਇੰਨੇ ਕੁ ਮਹੀਨਿਆਂ ਦੇ ਵਿੱਚ ਬੀਜੇਪੀ ਇੰਨੀ ਕੈਪੇਬਲ ਹੋ ਸਕਦੀ ਹੈ। ਦੇਖੋ ਉਹਨਾਂ ਨੂੰ ਆਈ ਦੇਖੋ ਕੱਲੇ ਤਾਂ ਜੇ ਉਹ ਜਾਂਦੇ ਨੇ ਹਜੇ ਤਾਂ ਉਹ ਢਾਂਚਾ ਖੜਾ ਹੀ ਕਰ ਪਾਉਣਗੇ। ਉਹ ਅੱਗੇ ਤਬਦੀਲ ਹੁੰਦਾ ਕਿ ਨਹੀਂ ਹੁੰਦਾ ਉਹ ਤਾਂ ਬਹੁਤ ਵੱਡਾ ਸਵਾਲ ਹੈਗਾ, ਬਹੁਤ ਵੱਡਾ ਗੈਂਬਲ ਹੈ। ਪਰ ਜਿੰਨੀ ਬਰੀਕੀ ਨਾਲ ਮਾਈਨਿਊਟਲੀ ਉਹ ਲੋਕ ਸਭਾ ਇਲੈਕਸ਼ਨ ਤੇ ਹਰ ਇੱਕ ਸੀਟ ਤੇ ਮੈਪਿੰਗ ਕਰ ਰਹੇ ਨੇ, ਉਹ ਚਾਹੁੰਦੇ ਨੇ ਵੀ ਹਰ ਇੱਕ ਸੀਟ ਨੂੰ ਅਸੀਂ ਜਿਹੜੀ 20% ਹੈ 30% ਹੈ ਉਹਨੂੰ ਅਸੀਂ ਕਨਵਰਟ ਕਰੀਏ, ਉਹਦੇ ਅੰਦਰ ਅਸੀਂ ਕੰਪੀਟੀਟਿਵ ਹੋ ਜਾਈਏ। ਤੇ ਜੇ ਉਹ ਹੋ ਸਕਦੇ ਨੇ ਉਸ ਦੇ ਵੱਲ ਉਹ ਪੂਰਾ ਆਪਣਾ ਜ਼ੋਰ ਲਾ ਰਿਹਾ, ਕਿਉਂਕਿ ਨੈਸ਼ਨਲ ਲੈਵਲ ਤੇ ਬਾਕੀ ਜਿਹੜੀ ਆਪੋਜੀਸ਼ਨ ਹੈ ਉਹ ਲਾਮਬੰਦੀ ਕਰ ਰਹੀ ਹੈ, ਉਹ ਇਕੱਠੀ ਹੋ ਰਹੀ ਹੈ ਤਾਂ ਕਿ ਭਾਜਪਾ ਨੂੰ ਹਰਾਇਆ ਜਾ ਸਕੇ। ਤਾਂ ਭਾਜਪਾ ਜਿਹੜੇ ਪੁਰਾਣੇ ਭਾਈਵਾਲ ਹੈ ਜਿਨ੍ਹਾਂ ਨਾਲ ਵਿਗੜ ਗਈ ਸੀ, ਤਾਂ ਭਾਜਪਾ ਚਾਹੁੰਦੀ ਹੈ ਜੇ ਉਹਨਾਂ ਨਾਲ ਮਿਲ ਕੇ ਸਾਡਾ ਵੋਟ ਸ਼ੇਅਰ ਵੱਧ ਸਕਦਾ ਹੈ, ਸਾਡੀਆਂ ਹਾਰੀਆਂ ਹੋਈਆਂ ਸੀਟਾਂ 'ਚ ਅਸੀਂ ਕੰਪੀਟੀਟਿਵ ਹੋ ਜਾਂਦੇ ਹਾਂ ਜਾਂ ਅਸੀਂ ਵਿਨ 'ਚ ਕਨਵਰਟ ਕਰ ਸਕਦੇ ਹਾਂ, ਤਾਂ ਉਹ ਸਾਨੂੰ ਕਰਨਾ ਚਾਹੀਦਾ ਹੈਗਾ। ਇਹ ਬੜੀ ਸਪਸ਼ਟ ਗੱਲ ਹੈ। ਤੇ ਜਦੋਂ ਅਕਾਲੀ ਦਲ ਤੋਂ ਲੀਡਰ ਲਏ ਜੇ ਗਏ ਜਾਂ ਅਕਾਲੀ ਦਲ ਨੂੰ ਖੋਰਾ ਲਾਇਆ ਗਿਆ ਵੀ ਉਹਨਾਂ ਦੇ ਜਿਵੇਂ ਬੀਬੀ ਜਗੀਰ ਕੌਰ ਚਲੇ ਗਏ, ਹੋਰ ਲੀਡਰ ਚਲੇ ਗਏ, ਤਾਂ ਉਹਦੇ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਇੱਕ ਤਰ੍ਹਾਂ ਤੋਂ ਤੁਸੀਂ ਕਮਜ਼ੋਰ ਇੱਕ ਤੁਹਾਡਾ ਇੰਪ੍ਰੈਸ਼ਨ ਜਾ ਰਿਹਾ ਵੀ ਅਕਾਲੀ ਦਲ ਇੱਕ ਕਮਜ਼ੋਰ ਪਾਰਟੀ ਹੈ। ਤਾਂ ਭਾਜਪਾ ਦੀ ਓਨੀ ਹੀ ਨੈਗੋਸ਼ੀਏਟਿੰਗ ਪਾਵਰ ਟੇਬਲ ਤੇ ਵੱਧ ਜਾਂਦੀ ਹੈ ਵੀ ਹੁਣ ਤਾਂ ਤੁਹਾਡੇ ਵੀ ਪੈਰ ਨਹੀਂ ਲੱਗੇ ਹੋਏ, ਤੁਸੀਂ ਜਿਹੜੇ ਸਰਵੇ ਕਰਾ ਲਓ ਉਹਦੇ 'ਚ ਬੜੀ ਕਮਜ਼ੋਰ ਬੜੀ ਵੀਕ ਆ ਰਹੀ ਹੈ ਅਕਾਲੀ ਦਲ, ਤੇ ਹੁਣ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ ਵੀ ਤੁਹਾਨੂੰ ਵੱਡਾ ਸ਼ੇਅਰ ਦੇ ਦਈਏ, ਉਹਦੇ 'ਚ ਬੈਲੈਂਸ ਲੈ ਕੇ ਆਓ। ਕਿਉਂਕਿ ਸਾਡੇ ਕੋਲ ਵੀ ਹੁਣ ਲੀਡਰ ਹੈਗੇ ਨੇਗੇ ਜਿਨ੍ਹਾਂ ਦੇ ਪੰਜਾਬ ਦੇ ਅੰਦਰ ਨਾਮ ਹੈਗਾ, ਕੱਦ ਹੈਗਾ, ਤਾਂ ਉਹ ਸਾਰੀਆਂ ਗੱਲਾਂ ਹੁਣ ਨੈਗੋਸ਼ੀਏਟ ਹੋ ਰਹੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਐਂਡ ਆਫ ਦਾ ਡੇ ਜਿਹੜੀ ਬੈਲੈਂਸ ਕੀ ਹੈ, ਕਿਉਂਕਿ ਅਕਾਲੀ ਦਲ ਦੇ ਜਿਹੜੇ ਲੀਡਰ ਹੈ ਉਹ 'ਚੋਂ ਇਹ ਗੱਲਾਂ ਸਾਹਮਣੇ ਆ ਰਹੀਆਂ। ਉਹਨਾਂ ਨੇ ਕਿਹਾ ਵੀ ਅਸੀਂ ਵੀ ਸਾਡਾ ਇੰਪ੍ਰੈਸ਼ਨ ਆਏ ਨਾ ਜਾਵੇ ਕਿ ਅਸੀਂ ਬਹੁਤ ਜ਼ਿਆਦਾ ਵੀਕ ਆ, ਵੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਭਾਜਪਾ ਦੀ। ਉਧਰ ਭਾਜਪਾ ਵੀ ਨਹੀਂ ਇਹ ਚਾਹੁੰਦੀ ਵੀ ਇਹ ਦਿਸੇ ਵੀ ਪੰਜਾਬ ਦੇ ਅੰਦਰ ਉਹ ਪੈਰ ਨਹੀਂ ਜਮਾ ਸਕਦੇ। ਕਹਿੰਦੇ ਨੇ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ, ਉਹ ਵਾਲੀ ਗੱਲ ਇਹੀ ਗੱਲ ਹੈ। ਤਾਂ ਕੋਈ ਵੀ ਚਾਹੁੰਦਾ ਵੀ ਮੇਰੀ ਲੱਤ ਉੱਤੇ ਕਿਸੇ ਦੀ ਲੱਤ ਉੱਤੇ ਨਾ ਜਾਵੇ, ਤਾਂ ਉਹ ਚਾਹੁੰਦੇ ਵੀ ਬਰਾਬਰ ਹੋਵੇ। ਉਹ ਬੈਲੈਂਸ ਹਜੇ ਮਿਲ ਨਹੀਂ ਰਿਹਾ, ਪਰ ਅੰਦਰ ਖਾਤੇ ਬਹੁਤ ਸਟਰੋਂਗ ਚਰਚਾਵਾਂ ਚੱਲ ਰਹੀਆਂ ਨੇ। ਇੱਥੋਂ ਤੱਕ ਵੀ ਕਿਹਾ ਜਾ ਰਿਹਾ ਵੀ ਜੇ ਸੁਖਬੀਰ ਸਿੰਘ ਬਾਦਲ ਨੂੰ ਸੈਂਟਰ 'ਚ ਰੋਲ ਮਿਲਦਾ, ਇੱਥੋਂ ਤੱਕ ਵੀ ਡਿਸਕਸ਼ਨਸ ਹੋਈਆਂ ਨੇ, ਤਾਂ ਬਾਅਦ 'ਚ ਉਹ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਊਗਾ। ਜੇ ਕੈਬਨਿਟ 'ਚ ਉਹਨਾਂ ਨੂੰ ਲਿਆ ਜਾਂਦਾ ਹੈ ਸੈਂਟਰ 'ਚ ਜੇ ਐਗਰੀਕਲਚਰ ਮਿਨਿਸਟਰ ਦੇ ਤੌਰ ਤੇ, ਤਾਂ ਫਿਰ ਬਾਅਦ 'ਚ ਕਿਸ ਨੂੰ ਪ੍ਰਧਾਨਗੀ ਮਿਲੂਗੀ, ਪਾਰਟੀ ਲਾਈਨ ਕੀ ਹੋਊਗੀ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾਵਾਂ ਹੋਈਆਂ ਨੇ। ਹੁਣ ਦੇਖਣਾ ਇਹ ਹੋਵੇਗਾ ਵੀ ਆਉਣ ਵਾਲੇ ਸਮੇਂ ਦੇ ਅੰਦਰ ਵੀ ਦੋਨੋਂ ਪਾਰਟੀਆਂ ਕਿਸ ਤਰ੍ਹਾਂ ਨੈਗੋਸ਼ੀਏਟ ਕਰਦੀਆਂ, ਕਿਵੇਂ ਬੈਲੈਂਸ ਫਿਕਸ ਕਰਦੀਆਂ। ਅੰਮ੍ਰਿਤ ਇੱਕ ਗੱਲ ਹੋਰ ਹੈ, ਜੇ ਇਸ ਪਾਸੇ ਜਾਖੜ ਉਹੀ ਪਾਰਟੀ ਲਾਈਨ ਟੋ ਕਰਨਗੇ ਕਿਉਂਕਿ ਨਵੇਂ ਨੇ, ਜਿਹੜੀ ਪਾਰਟੀ ਦੀ ਹੈਗੀ ਹੈ ਬਿਲਕੁਲ ਉਸ ਤੋਂ ਬਾਹਰ ਨਹੀਂ ਹੋਣਗੇ। ਦੂਜੇ ਪਾਸੇ ਜਿਹੜੇ ਪੁਰਾਣੇ ਲੀਡਰ ਨੇ ਭਾਜਪਾ ਦੇ, ਉਹ ਕਿਤੇ ਨਾ ਕਿਤੇ ਨਾਰਾਜ਼ ਵੀ ਨਜ਼ਰ ਆ ਰਹੇ ਨੇ ਵੀ ਤੁਸੀਂ ਸੁਨੀਲ ਜਾਖੜ ਨੂੰ ਪ੍ਰਧਾਨ ਕਿਉਂ ਲਾਇਆ। ਪਾਰਟੀ ਦੇ ਇਸ ਗੱਲ ਤੋਂ ਵੀ ਨਾਰਾਜ਼ ਨੇ ਕਿ ਸੁਨੀਲ ਜਾਖੜ ਨੂੰ ਪ੍ਰਧਾਨ ਨਾ ਲਗਾਇਆ। ਅੱਧੇ ਇਸ ਗੱਲ ਤੇ ਵੀ ਰਾਜ਼ੀ ਨਹੀਂ ਨੇ ਕਿ ਅਕਾਲੀ ਦਲ ਦੇ ਨਾਲ ਜਾ ਕੇ ਦੁਬਾਰਾ ਗੱਠਜੋੜ ਕਰ ਲਿਆ ਜਾਵੇ, ਕਿਉਂਕਿ ਉਹ ਕਹਿੰਦੇ ਕਿ ਹੁਣ ਅਕਾਲੀ ਦਲ ਨਾਲ ਗੱਠਜੋੜ ਤੋੜਨ ਤੋਂ ਬਾਅਦ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ, ਅਸੀਂ ਆਧਾਰ ਬਣਾ ਲਿਆ, ਤੁਸੀਂ ਗੱਠਜੋੜ ਕਰਕੇ ਅਕਾਲੀ ਦਲ ਦੇ ਨਾਲ ਫਿਰ ਉਹੀ ਗੱਲ ਕਰ ਦੇਣੀ ਹੈ। ਜੀ ਬਿਲਕੁਲ ਇਹ ਗੱਲ ਸਹੀ ਹੈ। ਉਹਨਾਂ ਦੇ ਮਨਾਂ 'ਚ ਰੋਸ ਹੈਗਾ ਵੀ ਪਾਰਟੀ ਕੱਲੀ ਜਾਵੇ, ਇੰਡੀਪੈਂਡੈਂਟਲੀ ਜਾਵੇ, ਤੇ ਨਾਲ ਬਸਪਾ ਦੀ ਵੀ ਕੈਲਕੂਲੇਸ਼ਨ ਹੈ ਉਹਨੂੰ ਕਿੰਨੀਆਂ ਸੀਟਾਂ ਦੇਣੀਆਂ ਪੈਣਗੀਆਂ ਅਕਾਲੀ ਦਲ ਨੂੰ। ਵੈਸੇ ਤਾਂ ਉਹ ਅਕਾਲੀ ਦਲ ਦਾ ਹੈਡੇਕ ਹੈ ਕਿਉਂਕਿ ਉਹਨਾਂ ਦੀ ਅਲਾਈਅੰਸ ਪਾਰਟਨਰ ਹੈਗੀ ਹੈ, ਪਰ ਉਹ ਕਿਵੇਂ ਨਜਿੱਠਣਾ ਸਾਰੇ ਕਾਸੇ ਨੂੰ, ਉਹਦਾ ਕੀ ਰੋਲ ਹੋਊਗਾ, ਕੀ ਕੈਲਕੂਲੇਸ਼ਨਸ ਆਉਣਗੀਆਂ, ਉਹ ਬਹੁਤ ਵੱਡਾ ਹਜੇ ਸਵਾਲ ਹੈ। ਬਿਲਕੁਲ, ਤਾਂ ਕਿਉਂਕਿ ਅਕਾਲੀ ਦਲ ਤੇ ਜਦੋਂ ਬੀਜੇਪੀ ਦੀ ਗੱਲ ਆਉਂਦੀ ਹੈ, ਗੱਠਜੋੜ ਹੋਣਾ ਕੋਈ ਇੰਨਾ ਜ਼ਿਆਦਾ ਮੁਸ਼ਕਲ ਵੀ ਨਹੀਂ ਹੈ, ਕਿਉਂਕਿ ਇਹ ਨਹੀਂ ਹੈ ਕਿ ਦੋਵਾਂ ਦਾ ਨਵਾਂ ਗੱਠਜੋੜ ਸੀ ਜਿਹੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਇਹ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਹੋ ਗਈਆਂ। 1996 ਤੋਂ ਦੋਵੇਂ ਪਾਰਟੀਆਂ ਇਕੱਠੀਆਂ ਨੇ। 1996 ਤੋਂ ਅਕਾਲੀ ਬੀਜੇਪੀ ਪਹਿਲੀ ਵਾਰ ਗੱਠਜੋੜ ਦੇ ਰੂਪ ਦੇ ਵਿੱਚ ਇਕੱਠੇ ਆਏ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹਨਾਂ ਨੇ ਕਈ ਇਲੈਕਸ਼ਨਸ ਜਿੱਤੀਆਂ, ਪਰ 2020 ਦੇ ਵਿੱਚ ਕਿਸਾਨੀ ਅੰਦੋਲਨ ਦੇ ਕਰਕੇ ਇਹਨਾਂ ਨੂੰ ਆਪਣਾ ਗੱਠਜੋੜ ਖਤਮ ਕਰਨਾ ਪਿਆ। ਹਰਸਿਮਰਤ ਕੌਰ ਬਾਦਲ ਨੇ ਆਪਣੀ ਸੈਂਟਰ ਦੀ ਕੁਰਸੀ ਛੱਡੀ, ਇਹ ਸੋਚ ਕੇ ਕਿ ਇਸ ਨੂੰ ਪੰਜਾਬ ਦੇ ਲੋਕ ਸਾਡੇ ਸੈਕਰੀਫਾਈਸ ਵਜੋਂ ਦੇਖਣਗੇ, ਸਾਡੀ ਕੁਰਬਾਨੀ ਵਜੋਂ ਦੇਖਣਗੇ, ਪਰ ਉਹ ਫਾਇਦਾ ਕੋਈ ਨਹੀਂ ਹੋਇਆ, ਜਿਸ ਕਰਕੇ ਅਕਾਲੀ ਦਲ ਨੂੰ ਅੱਜ ਫਿਰ ਲੱਗਦਾ ਹੈ ਕਿ ਫਾਇਦਾ ਤਾਂ ਉਸ ਗੱਲ ਦਾ ਕੋਈ ਨਹੀਂ ਹੋਇਆ, ਤਾਂ ਫਿਰ ਕਿਉਂ ਨਾ ਕਿ ਆਪਣਾ ਬਹੁਤਾ ਨੁਕਸਾਨ ਹੋਣ ਤੋਂ ਬਚਾ ਲਿਆ ਜਾਵੇ। ਕਿਉਂਕਿ ਤੁਹਾਨੂੰ ਪਤਾ ਹੈ ਸ਼ੁਭਕਰਮਨ, ਲੋਕਾਂ ਨੇ ਉਸ ਚੀਜ਼ ਨੂੰ ਨਕਾਰ ਦਿੱਤਾ ਸੀ ਕਿ ਬੇਸ਼ੱਕ ਤੁਸੀਂ ਅੱਜ ਅਵਾਰਡ ਵਾਪਸ ਕਰ ਦਿੱਤੇ, 3 ਖੇਤੀ ਕਾਨੂੰਨਾਂ ਤੇ ਸਟੈਂਡ ਲੈ ਲਿਆ, ਬੀਜੇਪੀ ਨਾਲ ਗੱਠਜੋੜ ਹੋ ਲਿਆ, ਪਰ ਇਟਸ ਟੂ ਲੇਟ। ਜੀ ਬਿਲਕੁਲ ਅਮਰੀ, ਬਿਲਕੁਲ ਸਹੀ ਗੱਲ ਆ। ਉਦੋਂ ਵੀ ਲੋਕਾਂ ਨੇ ਦੇਖੋ, ਜਦੋਂ ਤੱਕ ਬਾਦਲ ਪਰਿਵਾਰ ਦੀ ਮੈਂਬਰਸ਼ਿਪ ਕਹਿ ਲਓ ਜਾਂ ਉਹਨਾਂ ਦੇ ਫੈਮਿਲੀ ਮੈਂਬਰ ਹੈਗੇ ਆ, ਉਹ ਪਾਰਟੀ ਦੀ ਸਰਪ੍ਰਸਤੀ ਕਰ ਰਿਹਾ, ਪ੍ਰਧਾਨਗੀ ਕਰ ਰਿਹਾ, ਉਦੋਂ ਤੱਕ ਇਹ ਪਾਰਟੀ ਦੇ ਅੰਦਰਲੇ ਜਿਹੜੇ ਲੀਡਰ ਨੇ, ਕੋਰ ਕਮੇਟੀਆਂ ਦੇ ਮੈਂਬਰ ਨੇ, ਉਹ ਵੀ ਇਹ ਗੱਲ ਮਹਿਸੂਸ ਕਰ ਰਿਹਾ ਬੜਾ ਔਖਾ ਵੀ ਪਾਰਟੀ ਫਿਰ ਤੋਂ ਖੜੀ ਹੋ ਸਕੇ। ਇਹ ਗੱਲਾਂ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਹੈਗੇ ਉਹਨਾਂ ਨੂੰ ਵੀ ਦੱਸੀਆਂ ਗਈਆਂ ਨੇਗੀਆਂ। ਹਾਲਾਂਕਿ ਉਹਨਾਂ ਨੇ ਰਿਪੋਰਟ
ਰਿਪੋਰਟ ਕਮੇਟੀ ਬਣਾ ਦਿੰਦੇ ਆ ਵੀ ਰਿਪੋਰਟ ਆਵੇ, ਅਸੀਂ ਉੱਤੇ ਫੈਸਲਾ ਲਵਾਂਗੇ, ਜੋ ਵੀ ਚੇਂਜਸ ਕਹੀਆਂ ਜਾਣਗੀਆਂ ਉਹ ਕੀਤੀਆਂ ਜਾਣਗੀਆਂ। ਪਰ ਦੇਖੋ ਕੋਈ ਵੀ ਬਾਦਲ ਪਰਿਵਾਰ ਨਹੀਂ ਚਾਹੂਗਾ ਵੀ ਉਹਨਾਂ ਤੋਂ ਇਲਾਵਾ ਪਾਰਟੀ ਦੇ ਅੰਦਰ ਹੋਰ ਕੋਈ ਪ੍ਰਧਾਨ ਬਣੇ ਜਾਂ ਹੋਰ ਕੋਈ ਉਸ ਪਾਰਟੀ ਨੂੰ ਲੀਡ ਕਰੇ ਜਿੱਥੇ ਉਹ ਇੰਨੇ ਸਾਲਾਂ ਤੋਂ ਇਸ ਪੋਜੀਸ਼ਨ ਤੇ ਹੈਗੇ ਨੇ ਤੇ ਉਹ ਇੱਥੇ ਕੰਟੀਨਿਊ ਕਰਨਾ ਚਾਹਣਗੇ। ਪਰ ਸਿਚੁਏਸ਼ਨ ਹੀ ਇਹੋ ਜਿਹੀ ਬਣ ਗਈ ਹੈ ਕਿ ਜਦੋਂ ਲੋਕਾਂ 'ਚ ਪਾਰਟੀ ਜਾ ਰਹੀ ਹੈ ਤਾਂ ਉਹਨੂੰ ਐਕਸੈਪਟੈਂਸ ਨਹੀਂ ਮਿਲ ਰਹੀ ਹੈਗੀ, ਲੋਕ ਯਕੀਨ ਕਰਨ ਨੂੰ ਤਿਆਰ ਨਹੀਂ ਹੈਗੇ। ਆਪਾਂ ਕਿੰਨੇ ਹੀ ਇੰਸਟੈਂਸਸ ਦੇਖ ਲਿਆ ਹੁਣ ਲੜੀਵਾਰ, ਜਦੋਂ ਦੇ ਇਸੀ 1.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਬਾਰੀ-ਬਾਰੀ ਕੋਈ ਮੁੱਦਾ ਉੱਠਦਾ ਹੈ, ਅਕਾਲੀ ਦਲ ਕੋਈ ਬਿਆਨਬਾਜ਼ੀ ਕਰਦਾ ਹੈ, ਉਹ ਉਹਨਾਂ ਤੇ ਪੁੱਠੀ ਪੈ ਜਾਂਦੀ ਹੈ, ਚਾਹੇ ਉਹ ਜਥੇਦਾਰ ਦਾ ਇਸ਼ੂ ਹੋਵੇ, ਚਾਹੇ ਗੁਰਬਾਣੀ ਪ੍ਰਸਾਰਨ ਦਾ ਇਸ਼ੂ ਹੋਵੇ, ਹੋਰ ਕਿੰਨੀਆਂ ਹੀ ਚੀਜ਼ਾਂ ਆਪਾਂ ਦੇਖ ਲਈਏ ਉਹ ਪੁੱਠੀਆਂ ਪਈਆਂ ਨੇ। ਸਹੀ ਗੱਲ ਵੀ ਕਰਦੇ ਹੋਣ, ਸਹੀ ਗੱਲ ਵੀ ਕਰ ਰਹੇ ਹੋਣ, ਹਜੇ ਤਾਂ ਉਹ ਹਾਲਾਤ ਹੋਏ ਨੇ। ਹਾਲਾਂਕਿ ਇਸ ਟਾਈਮ ਉਹ ਸਹੀ ਗੱਲ ਕੋਈ ਨਹੀਂ ਕਰ ਰਹੇ ਹੈਗੇ, ਜੋ ਵੀ ਉਹ ਕਰ ਰਹੇ ਉਹਨਾਂ ਦੇ ਅਗੇਂਸਟ ਹੀ ਜਾ ਰਿਹਾ ਹੈਗਾ। ਤੇ ਆਪਾਂ ਕਿੰਨੀ ਵਾਰ ਆਪਣੇ ਸੈਗਮੈਂਟਸ 'ਚ ਵੀ ਇਹ ਗੱਲਾਂ ਕਹੀਆਂ ਨੇ, ਪਰ ਹੁਣ ਦੇਖਣਾ ਇਹ ਹੋਵੇਗਾ ਕਿ ਅਕਾਲੀ ਦਲ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਆਉਂਦਾ, ਕੀ ਉਹ ਇਸ ਗੱਲ ਤੇ ਐਡਮੈਂਟ ਰਹਿੰਦਾ ਵੀ ਅਸੀਂ ਵੀ ਇਕੱਲੇ ਹੀ ਜਾਵਾਂਗੇ, ਭਾਜਪਾ ਨਾਲ ਹੀ ਰਵਾਂਗੇ, ਕੀ ਉਹ ਭਾਜਪਾ ਨਾਲ ਭਾਈਵਾਲੀ ਕਰਦਾ ਹੈ, ਕਿਉਂਕਿ ਇਹ ਵੱਡੇ ਸਵਾਲ ਨੇ ਕਿ ਲੋਕ ਕੀ ਕਹਿਣਗੇ। ਸਾਰੀ ਗੱਲ ਤਾਂ ਲੋਕਾਂ ਦੇ ਪਰਸੈਪਸ਼ਨ ਤੇ ਇੰਪ੍ਰੈਸ਼ਨ ਦੀ ਹੈ ਤੇ ਉਸ ਦੇ ਉੱਤੇ ਹਜੇ ਬੁਰੀ ਤਰ੍ਹਾਂ ਮਾਰ ਖਾ ਰਿਹਾ ਅਕਾਲੀ ਦਲ। ਬਿਲਕੁਲ, ਇਸ ਵੇਲੇ ਜੇ ਅਸੀਂ ਗੱਲ ਕਰੀਏ ਤਾਂ ਲੋਕ ਸਭਾ ਚੋਣਾਂ ਦੇ ਵਿੱਚ 13 ਸੀਟਾਂ ਪੰਜਾਬ ਦੇ ਕੋਲ ਨੇ ਤੇ ਕਿਉਂਕਿ 7 ਰਾਜ ਸਭਾ ਦੇ ਮੈਂਬਰ ਨੇ, ਕੋਲ 20 ਸੀਟਾਂ ਨੇ। ਪਰ ਇਹਨਾਂ 13 ਸੀਟਾਂ ਦੇ ਵਿੱਚ ਇਹ ਬੀਜੇਪੀ ਨੂੰ ਗੱਲ ਬਹੁਤ ਚੰਗੇ ਤਰੀਕੇ ਪਤਾ ਹੈ ਕਿ 80% ਜਿਹੜਾ ਵੋਟ ਹੈ ਉਹ ਪਿੰਡਾਂ ਤੋਂ ਆਉਂਦਾ ਹੈ ਤੇ ਇੱਕਦਮ ਇਹਨਾਂ ਮਹੀਨਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਆਪਣਾ ਆਧਾਰ ਸਟਰੋਂਗ ਕਰਨਾ ਬੀਜੇਪੀ ਦੇ ਲਈ ਇੰਨਾ ਆਸਾਨ ਤਾਂ ਨਹੀਂ ਹੈ। ਪਰ ਇਹ ਪਤਾ ਹੈ ਕਿ ਜੇਕਰ ਅਕਾਲੀ ਦਲ ਦੇ ਨਾਲ ਆਉਂਦੇ ਆ, ਅਕਾਲੀ ਦਲ ਪਿੰਡਾਂ ਦੀ ਪਾਰਟੀ ਕਹੀ ਜਾਂਦੀ ਹੈ, ਬੀਜੇਪੀ ਸ਼ਹਿਰੀ ਪਾਰਟੀ ਕਹੀ ਜਾਂਦੀ ਹੈ, ਪਰ ਹਾਂ ਸਮੀਕਰਨ ਜ਼ਰੂਰ ਬਦਲਣਗੇ। ਜੇ ਗੱਠਜੋੜ ਹੁੰਦਾ ਹੈ ਤਾਂ ਇਹ ਵੀ ਚੀਜ਼ ਹੈ ਕਿ ਹੁਣ ਉਹ 10/3 ਵਾਲਾ ਫਾਰਮੂਲਾ ਤਾਂ ਨਹੀਂ ਅਪਣਾਇਆ ਜਾਵੇਗਾ, ਕਿਉਂਕਿ 2019 ਦੀਆਂ ਚੋਣਾਂ ਦੇ ਵਿੱਚ ਜੇ 2 ਸੀਟਾਂ ਅਕਾਲੀ ਦਲ ਨੇ ਜਿੱਤੀਆਂ ਸੀ ਤਾਂ 2 ਹੀ ਬੀਜੇਪੀ ਨੇ ਜਿੱਤੀਆਂ ਸੀ ਤੇ ਉਸ ਤੋਂ ਬਾਅਦ ਹੀ ਬੀਜੇਪੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ 50-50 ਹੋਣਾ ਚਾਹੀਦਾ ਹੈ, ਸਾਨੂੰ 10 ਚੋਂ 3 ਸੀਟਾਂ ਨਹੀਂ ਚਾਹੀਦੀਆਂ, ਸਾਨੂੰ ਤਾਂ 10 ਚੋਂ 7 ਚਾਹੀਦੀਆਂ, ਨਹੀਂ ਤਾਂ ਘੱਟੋ ਘੱਟ 6 ਤਾਂ ਚਾਹੀਦੀਆਂ ਨੇ। ਖੈਰ ਹੁਣ ਜੇ ਗੱਲ ਹੁੰਦੀ ਹੈ ਤਾਂ ਇਹ ਕਿੱਥੇ ਮੁੱਕਦੀ ਹੈ, ਜੇ ਨਹੀਂ ਬਣਦੀ ਤਾਂ ਕਾਰਨ ਇਸ ਦੇ ਪਿੱਛੇ ਕੀ ਵੋਟਾਂ ਦਾ ਜਾਂ ਸੀਟਾਂ ਦਾ ਨਾ ਪ੍ਰੋਪਰ ਮਿਲਣਾ ਜਾਂ ਫਿਰ ਆਪਸ ਦੀ ਵਿਚਾਰਧਾਰਾ ਨਾ ਮਿਲਣਾ, ਕਿਸ ਤਰੀਕੇ ਦੇ ਸਰਕਮਸਟੈਂਸ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੇ ਨੇ ਉਹ ਜ਼ਰੂਰ ਦੇਖਣਾ ਹੋਵੇਗਾ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮੁੱਦਿਆਂ ਤੇ ਗਰਮਾਈ ਜ਼ਰੂਰ ਰਹੇਗੀ। ਸ਼ੁਭਕਰਮਨ, ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਅੰਮ੍ਰਿਤ। ਧੰਨਵਾਦ।